ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਲਵੀ ਖੱਤਰੀ ਅੱਜ ਲੈ ਕੇ ਪ੍ਰੋਗਰਾਮ ਹਾਜ਼ਰ ਹਾਂ। ਚਲੋ ਚੱਲੀਏ ਦਾ ਪਹਿਲਾ ਐਪੀਸੋਡ ਹੈ। ਤਾਂ ਆਪਾਂ ਪਹਿਲੇ ਐਪੀਸੋਡ ਦੇ ਵਿੱਚ ਪਹੁੰਚੇ ਹੋਏ ਹਾਂ ਬ੍ਰਿਸਬੇਨ 에ਅਰਪੋਰਟ ਤੇ। ਬ੍ਰਿਸਬੇਨ 에ਅਰਪੋਰਟ ਤੇ ਤਾਂ ਆਪਾਂ ਪਹੁੰਚ ਗਏ ਹਾਂ, ਪਰ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸਦਾ ਕਿ ਮੈਂ ਘੁੰਮਣ ਫਿਰਨ ਦਾ ਬਹੁਤ ਜ਼ਿਆਦਾ ਸ਼ੌਕੀਨ। ਪਰ ਘੁੰਮਣਾ ਫਿਰਨਾ ਇੱਦਾਂ ਨਹੀਂ ਕਿ ਜਾ ਕੇ ਆਪਾਂ ਕਿਤੇ ਹੋਟਲ ਦੇ ਵਿੱਚ ਰੁਕ ਗਏ, ਗੱਡੀਆਂ ਦੇ ਵਿੱਚ ਘੁੰਮ ਲਏ, ਕਿਸੇ ਜਾ ਕੇ ਫੇਮਸ ਅਟਰੈਕਸ਼ਨ ਦੇ ਵਿੱਚ ਜਾ ਕੇ ਦੇਖ ਲਈ। ਜਿੱਦਾਂ ਆਪਾਂ ਦਿੱਲੀ ਜਾਈਏ ਤਾਂ ਲਾਲ ਕਿਲ੍ਹਾ ਦੇਖ ਲਿਆ, ਸਮਝੋ ਦਿੱਲੀ ਦੇਖ ਲਿਆ, ਇੱਦਾਂ ਨਹੀਂ ਆ। ਤਾਂ ਜੇ ਦਿੱਲੀ ਦੇਖਣਾ ਤੁਹਾਨੂੰ ਉਹਨਾਂ ਦੀਆਂ ਗਲੀਆਂ ਦੇ ਵਿੱਚ ਜਾ ਕੇ ਦਿੱਲੀ ਦੇਖਣਾ ਪੈਣਾ। ਤਾਂ ਆਪਾਂ ਵੀ ਹੁਣ ਬ੍ਰਿਸਬੇਨ 에ਅਰਪੋਰਟ ਤੇ ਆਏ ਹਾਂ। ਬ੍ਰਿਸਬੇਨ ਉਸ ਤੋਂ ਬਾਅਦ ਘੁੰਮਾਂਗੇ ਤਾਂ ਉਹਨਾਂ ਦੀਆਂ ਗਲੀਆਂ 'ਚ ਜਾ ਕੇ ਘੁੰਮਾਂਗੇ, ਉੱਥੇ ਦੇ ਲੋਕਾਂ ਨਾਲ ਮਿਲਾਂਗੇ ਕਿ ਇੱਥੇ ਦੇ ਲੋਕ ਕਿੱਦਾਂ ਦੇ ਆ, ਕਿਵੇਂ ਰਹਿਣਾ ਪਸੰਦ ਕਰਦੇ ਆ, ਕੀ ਖਾਣਾ ਪਸੰਦ ਕਰਦੇ ਆ, ਕੀ ਇੰਡੀਅਨ ਬਾਰੇ ਸੋਚਦੇ ਨੇ। ਇਹ ਸਾਰੀਆਂ ਗੱਲਾਂ ਆਪਾਂ ਇਹਦੇ ਵਿੱਚ ਦਿਖਾਵਾਂਗੇ। ਤੇ ਇੱਥੇ ਦੇ ਆਸ-ਪਾਸ ਦੇ ਜਿਹੜੀ ਛੋਟੀ ਜਗ੍ਹਾਵਾਂ ਨੇ, ਜਿਹੜੇ ਲੋਕਾਂ ਨੂੰ ਨਹੀਂ ਪਤਾ, ਉਹ ਦੇਖੋ ਸਾਹਮਣੇ ਕਿੱਦਾਂ ਮਤਲਬ ਲੋਕ ਮਿਲਦੇ ਜੁਲਦੇ ਨੇ, ਕਿਵੇਂ ਉਹ ਸਮਾਈਲ ਕਰਦੇ ਨੇ, ਕਿਸੇ ਨੂੰ ਵੀ ਦੇਖ ਕੇ ਉਹ ਹਾਏ ਕਰਦੇ ਨੇ। ਇਹ ਸਾਰੀਆਂ ਛੋਟੀ ਗੱਲਾਂ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ। ਤਾਂ ਫਿਲਹਾਲ ਆਪਾਂ ਹੈਗੇ ਬ੍ਰਿਸਬੇਨ 에ਅਰਪੋਰਟ ਤੇ। ਬ੍ਰਿਸਬੇਨ 에ਅਰਪੋਰਟ ਦੇ ਬਹੁਤ ਹੀ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਆਪਾਂ ਤੁਹਾਨੂੰ ਦੱਸਣੀਆਂ ਨੇ, ਜਿਵੇਂ ਕਿ ਇੱਥੋਂ ਆਪਾਂ ਕਿਵੇਂ ਨਿਕਲ ਸਕਦੇ ਹਾਂ, ਕਿਵੇਂ ਆਪਾਂ ਬੱਸ ਲੈਣੀ ਹੈ, ਕਿਵੇਂ ਆਪਾਂ ਟ੍ਰੇਨ ਲੈਣੀ ਹੈ, ਕਿਵੇਂ ਆਪਾਂ ਟੈਕਸੀ ਲੈਣੀ ਹੈ, ਜੇ ਸਾਨੂੰ ਕੋਈ ਲੈਣ ਆ ਰਿਹਾ ਤਾਂ ਆਪਾਂ ਕਿੱਦਾਂ ਜਾਣਾ। ਇਹ ਸਾਰੀਆਂ ਗੱਲਾਂ ਮੈਂ ਇਹਦੇ ਵਿੱਚ ਹੀ ਕਵਰ ਕਰੂੰਗਾ, ਤਾਂ ਨਾਲ ਰਹੋ। ਮੈਂ ਥੋੜ੍ਹਾ ਜਿਹਾ ਜ਼ਿਆਦਾ ਬੋਲਦਾ ਤਾਂ ਸਮਝ ਜਿਓ। ਆਪਾਂ ਬ੍ਰਿਸਬੇਨ 에ਅਰਪੋਰਟ 'ਤੇ ਜਾਣ ਤੋਂ ਪਹਿਲਾਂ ਥੋੜ੍ਹੀ ਜਿਹੀ ਬ੍ਰਿਸਬੇਨ 에ਅਰਪੋਰਟ ਦੀ ਹਿਸਟਰੀ ਦੇਖ ਲੈਂਦੇ ਹਾਂ। ਬਹੁਤ ਇੰਟਰਸਟਿੰਗ ਹੈ, ਜਰਾ ਧਿਆਨ ਨਾਲ ਦੇਖਿਓ। ਤੇ ਸਾਹਮਣੇ ਇਹ ਬੱਸ ਵੀ ਆ। ਤੁਹਾਨੂੰ ਮੈਂ ਦੱਸਿਆ ਸੀਗਾ ਕਿ ਤੁਸੀਂ ਬੱਸ ਵੀ ਪਿਕ ਕਰ ਸਕਦੇ ਹੋ ਇੱਥੋਂ, ਜੇ ਜਾਣਾ ਹੈ ਬ੍ਰਿਸਬੇਨ 에ਅਰਪੋਰਟ ਤੋਂ। ਠੀਕ ਹੈ ਜੀ, ਇਹ ਬੱਸ ਸਰਵਿਸ ਵੀ ਹੈਗੀ ਹੈ ਇੱਥੇ। ਜੇ ਤੁਸੀਂ ਬੱਸ ਲੈਣਾ ਚਾਹੁੰਦੇ ਤਾਂ ਤੁਸੀਂ ਬੱਸ ਵੀ ਲੈ ਸਕਦੇ ਹੋ। ਅਤੇ ਉੱਧਰ ਜਾ ਕੇ ਜੇ ਤੁਹਾਨੂੰ ਪਿਕ ਕਰਨਾ ਤਾਂ ਉਹ ਏਰੀਆ ਪਿਕਅਪ ਏਰੀਆ ਆ, ਕਿ ਤੁਸੀਂ ਉੱਥੋਂ ਪਿਕ ਵੀ ਤੁਹਾਨੂੰ ਕਰਿਆ ਜਾ ਸਕਦਾ ਆ। ਤਾਂ ਇਹ ਬ੍ਰਿਸਬੇਨ ਦੇ ਆਪਾਂ ਨੀਚੇ ਵਾਲੇ ਫਸਟ ਫਲੋਰ 'ਤੇ, ਜਦੋਂ ਬਿਲਕੁਲ ਗਰਾਊਂਡ ਫਲੋਰ 'ਤੇ ਆ ਜਾਓਗੇ ਤਾਂ ਗਰਾਊਂਡ ਫਲੋਰ 'ਤੇ ਇਹ ਸਾਰਾ ਕੁਛ ਹੈ। ਬਿਲਕੁਲ ਫਸਟ ਫਲੋਰ ਕਹਿ ਲਓ, ਗਰਾਊਂਡ ਫਲੋਰ ਕਹਿ ਲਓ, ਮਤਲਬ ਬਿਲਕੁਲ ਥੱਲੇ ਆ ਇਹ ਸਾਰੀ ਚੀਜ਼ਾਂ। ਜੋ ਵੀ ਪਾਰਕਿੰਗ ਹੈ, ਜੇ ਕਿਸੇ ਨੇ ਤੁਹਾਨੂੰ ਲੈਣ ਆਉਣਾ ਤਾਂ ਸਾਰੀ ਚੀਜ਼ਾਂ ਠੀਕ ਹੈ। ਤਾਂ ਇੱਥੋਂ ਤੁਸੀਂ ਇੱਥੇ ਜਾ ਸਕਦੇ ਹੋ। ਤੁਹਾਨੂੰ ਬੱਸ ਦਾ ਵੀ ਦੱਸਦਾ, ਜੇ ਤੁਹਾਨੂੰ ਕੋਈ ਪਿਕ ਕਰਨ ਆ ਰਿਹਾ ਤਦ ਵੀ ਦੱਸ ਦੇਣਾ। ਅਤੇ ਜੇ ਤੁਹਾਨੂੰ ਕੋਈ ਪਿਕ ਕਰਨ ਆ ਰਿਹਾ, ਉਹਨੇ ਟੈਕਸੀ ਜਾਂ ਆਪਣੀ ਗੱਡੀ ਉਹਨੇ ਲਗਾਤੀ ਆ ਪਾਰਕਿੰਗ ਦੇ ਵਿੱਚ, ਉਹ ਫਿਰ ਤੁਹਾਨੂੰ ਕਿੱਥੇ ਮਿਲੂਗਾ? ਉਹ ਮਿਲੂਗਾ ਤੁਹਾਨੂੰ ਸੈਕਿੰਡ ਫਲੋਰ 'ਤੇ। ਠੀਕ ਹੈ ਜੀ, ਸੈਕਿੰਡ ਫਲੋਰ 'ਤੇ ਉਹ ਆ ਜਾਊਗਾ। ਤੁਹਾਨੂੰ ਅੱਗੇ ਆਏ ਤੋਂ ਬਿਲਕੁਲ ਤੁਹਾਡਾ ਸਵਾਗਤ ਕੀਤਾ ਜਾਊਗਾ ਫੁੱਲਾਂ ਦੇ ਨਾਲ। ਦੇਖਦੇ ਹਾਂ, ਉਹ ਵੀ ਤੁਹਾਨੂੰ ਮੈਂ ਦਿਖਾ ਦੇਣਾ। ਤਾਂ ਫਸਟ ਫਲੋਰ 'ਤੇ ਤੁਹਾਨੂੰ ਦਿਖਾ ਚੁੱਕਿਆ। ਫਸਟ ਫਲੋਰ ਦਾ ਤੁਸੀਂ ਦੇਖ ਲਿਆ ਕਿ ਵੀ ਕਿੱਦਾਂ ਆਉਣਾ। ਇਹ ਬਿਲਕੁਲ ਫਸਟ ਫਲੋਰ ਦੀ ਸਟਾਰਟਿੰਗ ਹੈ। ਇੱਥੇ ਤੁਹਾਨੂੰ ਪੈਸੇਂਜਰ ਪਿਕਅਪ। ਹਾਂਜੀ ਦੋਸਤੋ, ਆਪਾਂ ਹੁਣ ਹੈਗੇ ਆ ਸੈਕਿੰਡ ਫਲੋਰ 'ਤੇ, ਜਿਹੜਾ ਸੈਕਿੰਡ ਫਲੋਰ ਕੇ ਅਰਾਈਵਲ ਲਈ ਆ। ਅਤੇ ਅਰਾਈਵਲ ਦੇ ਵਿੱਚ ਅਸੀਂ ਕਿੱਦਾਂ ਕਰਦੇ ਹਾਂ, ਅਰਾਈਵਲ ਏਰੀਆ ਹੈ। ਅਤੇ ਅਰਾਈਵਲ ਦੇ ਵਿੱਚ ਜਿਹੜੇ ਸਾਰੇ ਜਣੇ ਆਪਾਂ ਇੱਥੇ ਉਤਰਦੇ ਹਾਂ। ਤੁਸੀਂ ਅੱਜ ਬਹੁਤ ਸਾਰਾ ਰਸ਼ ਦੇਖੋਗੇ, ਅੱਜ ਪੰਜਾਬੀ ਵੀ ਬਹੁਤ ਸਾਰੇ ਇਕੱਠੇ ਨੇ। ਅਤੇ ਇੱਥੇ ਕੀ ਪ੍ਰੋਗਰਾਮ ਹੁੰਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਜਦੋਂ ਤੁਸੀਂ ਉਤਰਦੇ ਹੋ, ਤੁਹਾਨੂੰ ਉਤਰਦੇ ਸਾਰ ਕਾਰ ਦੀ ਲੋੜ ਹੈ। ਤਾਂ ਮੈਂ ਜਿਸ ਏਰੀਆ ਦੇ ਵਿੱਚ ਖੜ੍ਹਾ, ਇਹ ਏਰੀਆ ਆ ਕਿ ਜਿੱਥੇ ਤੁਸੀਂ ਰੈਂਟ ਤੋਂ ਕਾਰਾਂ ਖਰੀਦਦੇ ਆ। ਦੇਖੋ ਇੱਥੇ ਹੈਗੀ ਆ ਨੈਸ਼ਨਲ, ਹਰਟਸ, ਬਜਟ। ਇਹ ਸਾਰੀਆਂ ਕਾਰਾਂ ਦੇ ਵਿੱਚ ਤੁਹਾਨੂੰ ਕੋਈ ਵੀ ਰੈਂਟ 'ਤੇ ਕਾਰ ਲੈਣੀ ਹੋਵੇ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ। ਠੀਕ ਹੈ ਜੀ, ਸੋ ਇੱਥੇ ਕੈਫੇ ਵੀ ਆ। ਤਾਂ ਮਤਲਬ ਤੁਸੀਂ ਇੱਥੇ ਬੈਠਣ ਲਈ ਸੀਟਿੰਗ ਏਰੀਆ ਹੈ ਸਾਰਾ। ਆ ਦੇਖੋ, ਇਹ ਅਰਾਈਵਲ ਏਰੀਆ ਜੀ। ਇੱਥੇ ਸਾਰੇ ਜੋ ਵੀ ਲੈਂਡਿੰਗ ਹੋਏਗੀ ਉਹ ਇੱਥੇ ਉਤਰੇਗੀ। ਇੱਕ ਤਾਂ ਉਹ ਉੱਥੋਂ ਨਿਕਲਣਾ ਆ। ਠੀਕ ਹੈ ਜੀ, ਉਹ ਗੇਟ ਬਿਲਕੁਲ ਸਟਾਰਟਿੰਗ ਦੇ ਵਿੱਚੋਂ। ਤਾਂ ਉਹ ਨਿਕਲ ਕੇ ਡਿਪੈਂਡ ਕਰਦਾ ਕਿ ਉਹਨਾਂ ਨੇ ਉੱਧਰ ਜਾਣਾ ਆ ਕਿ ਉਹਨਾਂ ਨੇ ਇੱਧਰ ਆਉਣਾ ਆ।
ਹੁਣ ਸਾਡੇ ਨਾਲ ਨੇ ਲਖਵੀਰ ਸਰ ਤੇ ਲਖਵੀਰ ਭਾਜੀ ਨਹੀਂ ਤੇ ਇਕਬਾਲ ਭਾਜੀ। ਤੇ ਅੱਜ 22 ਸਾਲ ਬਾਅਦ ਮੈਂ ਹੁਣ ਜਿਵੇਂ ਗੱਲ ਕੀਤੀ ਉਹਨਾਂ ਨਾਲ, ਤਾਂ 22 ਸਾਲ ਬਾਅਦ ਉਹ ਆਪਣੀ ਮਾਂ ਨੂੰ ਮਿਲਣ ਲੱਗੇ ਨੇ। ਤਾਂ ਦੇਖਦੇ ਹੋ ਸਾਹਮਣੋਂ ਆ ਰਹੇ ਨੇ, ਤਾਂ ਵੇਟ ਕਰਦੇ ਆ, ਤੁਸੀਂ ਜ਼ਰੂਰ ਦੇਖਿਓ ਕੀ ਉਸ ਤਰੀਕੇ ਦਾ ਕੀ ਰਹੇਗਾ। ਤਾਂ ਆਪਾਂ ਵੇਟ ਕਰ ਰਹੇ ਜਦ ਤੱਕ ਥੋੜ੍ਹਾ ਜਿਹਾ ਹੋਰ ਮੈਂ ਤੁਹਾਨੂੰ ਬ੍ਰਿਸਬੇਨ ਦਾ 에ਅਰਪੋਰਟ ਘੁਮਾ ਦੇਣਾ, ਸੈਕੰਡ ਫਲੋਰ ਕਿੱਦਾਂ, ਇੱਥੇ ਕੀ ਹੈ ਕੀ ਨਹੀਂ ਹੈ। ਸੋ ਇਹ ਹੈਗੀ ਮਾਰਕੀਟ ਇੱਥੇ ਦੀ, ਕਿ ਵੀ ਤੁਸੀਂ ਕੋਈ ਵੀ ਚੀਜ਼ਾਂ ਛੋਟੀ ਚੀਜ਼ਾਂ ਨੇ, ਕਾਰਡ ਵਗੈਰਾ ਕਿਸੇ ਨੂੰ ਦੇਣਾ, ਕੋਈ ਫਲਾਵਰ ਦੇ ਵਗੈਰਾ ਦੇਣੇ ਨੇ, ਚਾਕਲੇਟ ਵਗੈਰਾ ਦੇਣੀ ਆ, ਤਾਂ ਉਹਦੇ ਲਈ। ਤਾਂ ਆਪਾਂ ਐਂਡ ਤੱਕ ਆਏ ਹਾਂ ਕਿ ਇੱਥੇ ਜਿੱਥੇ ਜੇ ਤੁਸੀਂ ਜਦੋਂ 에ਅਰਪੋਰਟ 'ਤੇ ਉਤਰਦੇ ਹੋ ਤੁਹਾਡੇ ਕੋਲ ਕਰੰਸੀ ਇੰਡੀਅਨ ਹੈ ਜਾਂ ਸਮਥਿੰਗ, ਸਮ ਟਾਈਮ ਇੱਕ ਸਿੰਗਾਪੁਰ 'ਤੇ ਆਪਾਂ ਐਕਸਚੇਂਜ ਕਰ ਲੈਂਦੇ ਹਾਂ, ਤਾਂ ਤੁਸੀਂ ਇੱਥੋਂ ਵੀ ਐਕਸਚੇਂਜ ਕਰ ਸਕਦੇ ਹੋ। ਇੱਥੇ ਕਰੰਸੀ ਐਕਸਚੇਂਜ ਦੀ ਤੁਹਾਨੂੰ ਹਰ ਇੱਕ ਜਗ੍ਹਾ ਮਿਲ ਜਾਣੀ ਆ। ਸਾਹਮਣੇ ਕਰੰਸੀ ਐਕਸਚੇਂਜ ਹੈ, ਤੁਸੀਂ ਇੱਥੋਂ ਵੀ ਕਰੰਸੀ ਐਕਸਚੇਂਜ ਕਰਵਾ ਸਕਦੇ ਹੋ। ਅਤੇ ਤੁਹਾਡੇ ਫ੍ਰੀ ਬੈਠਣ ਲਈ ਲਾਈ ਹੋਈ ਗੇਮ, ਤੋ ਆ ਦੇਖੋ ਗੇਮ ਚੱਲ ਰਹੀ ਹੈ। ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ। ਤਾਂ ਜੇ ਤੁਹਾਡੇ ਕੋਲ ਨਹੀਂ ਵੀ ਤੁਸੀਂ ਸਿਮ ਖਰੀਦ ਪਾ ਰਹੇ ਹੋ, ਤੁਸੀਂ ਜਸਟ ਤੁਹਾਡੇ ਕੋਲ ਕੋਇਨ ਹੋਣ, ਤਾਂ ਤੁਸੀਂ ਇੱਥੇ ਜਿੱਦਾਂ ਇਹ STD ਲੱਗੀ ਹੋਈ ਹੈ, ਤੁਹਾਡੇ ਕੋਲ ਨੰਬਰ ਹੋਵੇ ਤਾਂ ਤੁਸੀਂ ਇੱਥੋਂ ਕਾਲ ਕਰ ਸਕਦੇ ਹੋ। ਤਾਂ ਕਾਲ ਕਰਕੇ ਜਿੰਨਾ ਵੀ ਮਤਲਬ ਆਉਣਾ ਆ, ਨਹੀਂ ਉਹਨੂੰ ਯਾਦ ਰਿਹਾ ਤੁਹਾਡਾ ਵੀ ਕਿੱਥੇ ਬੈਠੇ ਹੋ ਕਿੱਥੇ ਨਹੀਂ, ਤੁਸੀਂ ਇੱਕ ਵਾਰ ਕਾਲ ਕਰਕੇ ਉਹਨਾਂ ਨੂੰ ਦੱਸ ਦਿਓ ਕਿ ਮੈਂ ਸੈਕੰਡ ਫਲੋਰ 'ਤੇ ਹਾਂ, ਥਰਡ ਫਲੋਰ 'ਤੇ ਜਾਂ ਫਸਟ ਫਲੋਰ 'ਤੇ, ਗਰਾਊਂਡ ਫਲੋਰ 'ਤੇ, ਕਿੱਥੇ ਵੀ ਹਾਂ। ਤਾਂ ਮੈਂ ਪ੍ਰਭਜੋਤ ਵੀਰੇ ਨਾਲ ਆ ਬ੍ਰਿਸਬੇਨ 에ਅਰਪੋਰਟ 'ਤੇ। ਤਾਂ ਕਾਫੀ ਜਣੇ ਜਦੋਂ ਸੋਸ਼ਲ ਮੀਡੀਆ 'ਤੇ ਵੀ ਬੋਲਿਆ ਜਾਂਦਾ ਕਿ ਵੀ ਇੱਥੇ ਆ ਕੇ ਪੰਜਾਬੀ ਬਦਲ ਜਾਂਦੇ ਨੇ, ਕਿ 에ਅਰਪੋਰਟ ਤੱਕ ਨਹੀਂ ਕੋਈ ਲੈਣ ਆਉਂਦਾ। ਤਾਂ ਅੱਜ ਵੀਰੇ ਮੈਂ ਵੀਰੇ ਨੂੰ ਪੁੱਛਿਆ ਕਿ ਵੀ ਤੁਸੀਂ ਕਿਹਨੂੰ ਲੈਣਾ, ਦੱਸੋ ਵੀਰੇ ਕਿਹਨੂੰ ਲੈਣਾ। ਮੇਰੇ ਅੰਕਲ ਜੀ ਚਾਚਾ ਜੀ ਲੱਗਦੇ ਨੇ ਪਿੰਡ ਤੋਂ, ਉਹ ਆ ਰਹੇ ਨੇ, ਉਹਨਾਂ ਦੀ ਬੇਟੀ ਤੇ ਬੇਟਾ ਰਹਿੰਦੇ ਨੇ ਮਕੈ, ਤੇ ਮੈਂ ਇੱਥੇ ਬ੍ਰਿਸਬੇਨ ਆ। ਮੇਰੇ ਉਹਨਾਂ ਨਾਲ ਗੱਲ ਹੋਈ ਤੇ ਫਿਰ ਮੈਂ ਉਹਨਾਂ ਨੂੰ ਰਿਸੀਵ ਕਰਨ ਆ ਰਿਹਾ ਵਾਂ, ਉਹਨਾਂ ਨੂੰ ਲੈ ਕੇ ਜਾਵਾਂਗੇ, ਆਪਣੇ ਕੋਲ ਰੱਖਾਂਗੇ। ਸ਼ਾਮ ਨੂੰ ਉਹਨਾਂ ਦੀ ਨੈਕਸਟ ਫਲਾਈਟ ਆ ਡੋਮੈਸਟਿਕ ਤੋਂ, ਉਹਨਾਂ ਨੂੰ ਡ੍ਰੌਪ ਕਰ ਦਾਂਗੇ, ਨਾਲੇ ਆਪਣੇ ਪਿੰਡ ਦੇ ਨਾਲ ਮਿਲ ਲਾਂਗੇ, ਨਾਲੇ ਵਧੀਆ ਲੱਗਦਾ ਆਪਾਂ ਨੂੰ। ਬਿਲਕੁਲ ਜੀ, ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਨੇ, ਜਿਨ੍ਹਾਂ ਨੂੰ ਪਤਾ ਨਹੀਂ ਬ੍ਰਿਸਬੇਨ ਤੋਂ ਮਕੈ ਬਹੁਤ ਜ਼ਿਆਦਾ ਦੂਰ ਹੈ, ਇੰਨੀ ਨੇੜੇ ਨਹੀਂ ਹੈ। ਤਾਂ ਲਗਭਗ 1 ਘੰਟਾ 20 ਮਿੰਟ ਦੀ ਫਲਾਈਟ ਆ। ਤਾਂ ਹਾਂਜੀ, ਮਤਲਬ ਜੇ ਗੱਡੀ ਦੇ ਵਿੱਚ ਜਾਓ ਤਾਂ ਬਹੁਤ ਹੀ ਜ਼ਿਆਦਾ ਦੂਰ ਹੈ। ਤਾਂ ਮਤਲਬ ਤੁਸੀਂ ਦੇਖ ਲਓ ਕਿ ਵੀ ਉਹ ਇੰਨੀ ਦੂਰ ਬੈਠੇ ਆ, ਫਿਰ ਵੀ ਇੱਥੇ ਬੈਠੇ ਬ੍ਰਿਸਬੇਨ ਦੇ ਵਿੱਚ ਪਿੰਡ ਵਾਲੇ ਪਿੰਡ ਦਾ ਕਿੰਨਾ ਮਤਲਬ ਕਰਦੇ ਨੇ। ਜੇ ਪਿੰਡ ਤੋਂ ਕੋਈ ਆਉਂਦਾ ਆ ਤਾਂ ਉਹ ਕਿੰਨਾ ਚਾਅ ਚੜ੍ਹਦਾ ਕਿ ਅੱਜ ਆਪਣੇ ਪਿੰਡ ਵਾਲੇ ਨੂੰ ਮਿਲਣਾ ਆ। ਤਾਂ ਕਈ ਜਣੇ ਤੇ ਕਾਫੀ ਦੇਰ ਦੀ ਵੇਟ ਕਰਨ ਡਿਆ, 40-45 ਮਿੰਟ ਹੋ ਗਏ ਨੇ ਤੇ ਚਲੋ ਆਏ ਨਹੀਂ। ਫਿਰ ਮੈਂ ਉਹ ਦੇਖ ਆ ਗਿਆ ਮੇਰੇ ਅੰਕਲ ਜੀ, ਮੈਂ ਉਹਨਾਂ ਨੂੰ ਮਿਲਦਾ ਵਾਂ। ਮੈਂ ਭਾਜੀ ਤੋਂ ਇਹ ਇੱਕ ਗੱਲ ਪੁੱਛਣਾ ਚਾਹੂੰਗਾ ਕਿ ਭਾਜੀ 22 ਸਾਲ ਦਾ ਜਿਹੜਾ ਤੁਸੀਂ ਇੰਨਾ ਟਾਈਮ ਕੱਟਿਆ ਹੈ, ਇਹ ਕੀ ਕਾਰਨ ਰਿਹਾ ਵੀ ਤੁਸੀਂ 22 ਸਾਲ ਤੱਕ ਇੰਨਾ ਵੇਟ ਕੀਤਾ ਸੀ? ਇਹ ਇੱਦਾਂ ਹੀ ਮਜਬੂਰੀਆਂ ਸਮਝ ਲਾ, ਕੰਮਾਂ ਕਾਰਾਂ 'ਚ ਇੰਨੇ ਰੁੱਝ ਗਏ ਕਿ ਜਿੱਦਾਂ ਕਹਿੰਦੇ ਵੀ ਟਾਈਮ ਲੰਘਦਾ ਕਿ ਪਤਾ ਨਹੀਂ ਲੱਗਦਾ। ਟਾਈਮ ਲੰਘਦਾ ਬੜਾ ਔਖਾ ਜੀ, ਲੰਘਦਾ ਔਖਾ, ਪਰ ਪਹਿਲਾਂ ਬੜਾ ਔਖਾ ਸੀਗਾ, ਫਿਰ ਬਾਅਦ 'ਚ ਹੌਲੀ ਤੈਨੂੰ ਪਤਾ ਫਿਰ ਸਾਰਾ ਕੁਝ ਆਪਣਾ ਲੱਗਣ ਲੱਗ ਪਿਆ। ਤੇ ਅੱਜ 22 ਸਾਲ ਬਾਅਦ ਤੁਸੀਂ ਮਤਲਬ ਬਸ ਅੱਖਾਂ ਉੱਧਰ ਨੂੰ ਗੱਡੀਆਂ ਮਿਲਣ ਲੱਗਿਆ ਭਾਜੀ 22 ਸਾਲਾਂ ਬਾਅਦ। ਨਾ ਹੀ ਕਰ ਯਾਰ, ਮਾਂ ਨੂੰ ਮਿਲ ਜਾਂਦੇ ਹੁਣ, ਨਾਲ ਆਪਾਂ ਵੀ ਕਰ ਲਾਂਗੇ। ਨਹੀਂ ਕੋਈ ਨਹੀਂ। ਅੱਜ 22 ਸਾਲ ਬਾਅਦ ਭਾਜੀ ਮਿਲੇ ਨੇ, ਤਾਂ ਬਹੁਤ ਇਮੋਸ਼ਨਲ ਹੋ ਰਹੇ, ਕਹਿੰਦੇ ਵੀ ਤੂੰ ਵੀਡੀਓ ਨਾ ਬਣਾ ਲੈ, ਤਾਂ ਸਾਨੂੰ ਮਿਲ ਲੈਣ ਦਿਓ। ਤਾਂ ਆਪਾਂ ਉਹਨਾਂ ਦੇ ਪਲਾਂ ਦੇ ਵਿੱਚ ਛੱਡਦੇ ਹਾਂ। ਤਾਂ ਇੱਕ ਬੜਾ ਇਮੋਸ਼ਨਲ ਪਲ ਹੈ ਇਹ, ਕਿ ਜਦੋਂ ਕੋਈ ਤੁਹਾਨੂੰ ਇੰਨੇ ਵਕਤ ਬਾਅਦ ਤੁਸੀਂ ਆਪਣੀ ਮਾਂ ਨੂੰ ਮਿਲਦੇ ਹੋ, ਤਾਂ ਬਹੁਤ ਹੀ ਜ਼ਿਆਦਾ ਇਮੋਸ਼ਨਲ ਟਾਈਮ। ਆਪਾਂ ਦੇਖ ਰਹੇ ਹਾਂ ਇੱਥੇ ਕਿੱਦਾਂ ਮਤਲਬ ਲੋਕ ਮਿਲਦੇ ਆ, ਕਿੱਦਾਂ ਵਿਛੜਦੇ ਆ, ਕੀ ਕੁਝ ਹੁੰਦਾ ਆ। ਸੋ ਬੜਾ ਭਾਵੁਕ ਹੁੰਦਾ ਆ ਇਹ ਸਾਰੀਆਂ ਚੀਜ਼ਾਂ
ਮਤਲਬ ਇੱਥੇ 에ਅਰਪੋਰਟ ਤੇ ਤੁਸੀਂ ਸਿਰਫ ਜੇ ਤੁਸੀਂ ਫ੍ਰੀ ਹੋ ਨਾ 1.5 ਘੰਟਾ 2 ਘੰਟੇ 1 ਘੰਟਾ ਤਾਂ ਸਿਰਫ ਜਾ ਕੇ ਅਰਾਈਵਲ ਤੇ ਬੈਠ ਜਾਓ, ਡਿਪਾਰਚਰ ਤੇ ਬੈਠ ਜਾਓ, ਤੁਸੀਂ ਉਹਨਾਂ ਚੀਜ਼ਾਂ ਨੂੰ ਫੀਲ ਕਰੋਗੇ ਕਿੱਦਾਂ ਲੋਕ ਮਿਲਦੇ ਆ, ਕਿੱਦਾਂ ਵਿਛੜਨਾ ਮਿਲਣਾ, ਸਾਰਾ ਕੁਝ।